ਵੈਲਕਮ ਬੈਕ एवरीवन टू द ऑफिशियल YouTube ਚੈਨਲ ਆਫ ਯੈਸ ਅਕੈਡਮੀ। ਲਾਸਟ ਲੈਕਚਰ ਦੇ ਵਿੱਚ ਆਪਾਂ ਸੋਇਲ ਮਕੈਨਿਕਸ ਸਟਾਰਟ ਕੀਤੀ ਸੀ। ਆਪਾਂ ਸੋਇਲ ਮਕੈਨਿਕਸ ਦੀ ਥੋੜੀ ਜਿਹੀ ਬੇਸਿਕ ਇੰਟਰੋਡਕਸ਼ਨ ਪੜ੍ਹੀ ਸੀ। ਸੋਇਲ ਕਿਵੇਂ ਫਾਰਮ ਹੁੰਦੀ ਹੈ, ਜੀਓ ਸਾਈਕਲ ਕੀ ਹੁੰਦਾ ਹੈ, ਕਿਹੜੀਆਂ ਸੋਇਲ ਦੀਆਂ ਟਾਈਪਸ ਹੁੰਦੀਆਂ ਨੇ, ਉਹਦੇ ਬਾਰੇ ਆਪਾਂ ਬੇਸਿਕਲੀ ਪੜ੍ਹਿਆ ਸੀਗਾ। ਉਸ ਤੋਂ ਬਾਅਦ ਆਪਾਂ ਲੈਕਚਰ ਜਿੱਥੇ ਛੱਡਿਆ ਸੀ ਉੱਥੋਂ ਹੀ ਦੁਬਾਰਾ ਕੰਟੀਨਿਊ ਕਰਦੇ ਹਾਂ। ਜਿਨ੍ਹਾਂ ਸਟੂਡੈਂਟਸ ਨੇ ਪ੍ਰੀਵੀਅਸ ਲੈਕਚਰ ਨਹੀਂ ਦੇਖਿਆ ਉਹ ਪਹਿਲਾਂ ਪ੍ਰੀਵੀਅਸ ਲੈਕਚਰ ਦੇਖ ਲਓ, ਉਸ ਤੋਂ ਬਾਅਦ ਅੱਗੇ ਆਪਾਂ ਕੰਟੀਨਿਊ ਕਰਦੇ ਹਾਂ। ਅੱਜ ਆਪਾਂ ਸ਼ੁਰੂ ਕਰਨਾ ਸੀਗਾ ਸਪੈਸ਼ਲ ਟਾਈਪਸ ਆਫ ਸੋਇਲ ਤੋਂ, ਜਿਹੜੀਆਂ ਟਾਈਪਸ ਆਪਾਂ ਨਾਰਮਲੀ ਕੰਸੀਡਰ ਨਹੀਂ ਕਰਦੇ ਸੋਇਲ ਦੀਆਂ, ਉਹਨਾਂ ਸਪੈਸ਼ਲ ਟਾਈਪਸ ਤੋਂ ਅੱਜ ਆਪਾਂ ਸ਼ੁਰੂ ਕਰਨਾ ਸੀਗਾ। ਸਪੈਸ਼ਲ ਟਾਈਪਸ ਕਿਹੜੀਆਂ ਨੇ, ਜਿਵੇਂ ਇਹਦੇ ਵਿੱਚ ਕੁਝ ਕੁ ਟਾਈਪਸ ਹੁੰਦੀਆਂ ਨੇ, ਆਪਾਂ ਕੋਈ ਨਵੀਂ ਸੋਇਲ ਡਿਸਕਵਰ ਕੀਤੀ, ਉਹਦੀਆਂ ਪ੍ਰੋਪਰਟੀਜ਼ ਦੇ ਬੇਸ ਦੇ ਉੱਪਰ ਉਹਨੂੰ ਇੱਕ ਨਾਮ ਦੇ ਦਿੱਤਾ ਜਾਂਦਾ ਹੁੰਦਾ। ਸਭ ਤੋਂ ਪਹਿਲਾਂ ਆਪਾਂ ਜਿਹੜੀ ਮੋਸਟ ਕਾਮਨਲੀ ਨੇਮ ਯੂਜ਼ ਕਰਦੇ ਹੁੰਦਾ ਪੀਟ। ਮੋਸਟਲੀ ਸਟੂਡੈਂਟਸ ਨੇ ਸੁਣਿਆ ਵੀ ਹੋਊਗਾ ਪੀਟ ਇੱਕ ਆਰਗੈਨਿਕ ਸੋਇਲ ਹੁੰਦੀ ਹੈ। ਆਰਗੈਨਿਕ ਸੋਇਲ ਜਿਹੜੀ ਵੀ ਹੋਊਗੀ ਉਹ ਆਪਣੇ ਕੰਸਟਰਕਸ਼ਨ ਵਰਕ ਦੇ ਲਈ ਵਧੀਆ ਨਹੀਂ ਹੋਊਗੀ ਕਦੇ ਵੀ। ਪੀਟ ਇੱਕ ਆਰਗੈਨਿਕ ਸੋਇਲ ਹੁੰਦੀ ਹੈ, ਤਾਂ ਜਿਹੜੀਆਂ ਵੀ ਆਰਗੈਨਿਕ ਸੋਇਲਸ ਹੁੰਦੀਆਂ ਉਹਨਾਂ ਦੀ ਸਟਰੈਂਥ ਬਹੁਤ ਘੱਟ ਹੁੰਦੀ ਹੈ, ਇਹਨਾਂ ਨੂੰ ਆਪਾਂ ਕੰਸਟਰਕਸ਼ਨ ਵਰਕ ਦੇ ਲਈ ਕਦੇ ਵੀ ਯੂਜ਼ ਨਹੀਂ ਕਰਦੇ। ਜਿਹੜੀ ਪੀਟ ਸੋਇਲ ਜਿੱਥੇ ਵੀ ਆਊਗੀ ਉਸ ਕੇਸ ਦੇ ਵਿੱਚ ਕੰਸਟਰਕਸ਼ਨ ਕਰਨ ਤੋਂ ਪਹਿਲਾਂ ਇਹ ਸੋਇਲ ਨੂੰ ਉੱਥੋਂ ਰਿਮੂਵ ਕਰਾਂਗੇ, ਕਿਸੇ ਹੋਰ ਸੋਇਲ ਨਾਲ ਰਿਪਲੇਸ ਕਰਾਂਗੇ, ਫਿਰ ਆਪਾਂ ਕੰਸਟਰਕਸ਼ਨ ਕਰਨੀ ਸ਼ੁਰੂ ਕਰਾਂਗੇ। ਹਾਈਲੀ ਆਰਗੈਨਿਕ ਸੋਇਲ ਹੁੰਦੀ ਹੈ। ਸੈਕਿੰਡ ਜਿਹੜਾ ਆਪਾਂ ਸੋਇਲ ਟਾਈਪ ਪੜ੍ਹਦੇ ਹਾਂ ਹੁੰਦੀ ਹੈ ਮੱਕ ਵੀ ਆਰਗੈਨਿਕ ਸੋਇਲ ਹੁੰਦੀ ਹੈ, ਬਟ ਡਿਫਰੈਂਸ ਕੀ ਹੈ, ਜਿਹੜੀ ਮੱਕ ਹੁੰਦੀ ਹੈ ਇਹਦੇ ਵਿੱਚ ਡੀਕੰਪੋਜ਼ਡ ਆਰਗੈਨਿਕ ਮੈਟਰ ਹੁੰਦਾ ਹੈਗਾ। ਪੀਟ ਦੇ ਵਿੱਚ ਆਰਗੈਨਿਕ ਮੈਟਰ ਹੁੰਦਾ, ਮੱਕ ਦੇ ਵਿੱਚ ਡੀਕੰਪੋਜ਼ਡ ਆਰਗੈਨਿਕ ਮੈਟਰ ਹੁੰਦਾ। ਡੀਕੰਪੋਜ਼ਡ ਤੋਂ ਮਤਲਬ ਉਹਦਾ ਇੱਕ ਕਾਫੀ ਪਾਰਟ ਬੈਕਟੀਰੀਆਜ਼ ਖਾ ਚੁੱਕੇ ਹੁੰਦੇ ਨੇ, ਤਾਂ ਮੱਕ ਦੇ ਵਿੱਚ ਆਪਾਂ ਨੂੰ ਡੀਕੰਪੋਜ਼ਡ ਆਰਗੈਨਿਕ ਮੈਟਰ ਦੇਖਣ ਨੂੰ ਮਿਲਦਾ ਹੈ। ਦੋਨੇ ਹੀ ਕੰਸਟਰਕਸ਼ਨ ਦੇ ਲਈ ਵਧੀਆ ਨਹੀਂ ਹੁੰਦੀਆਂ, ਪੀਟ ਵੀ ਤੇ ਮੱਕ ਵੀ। ਕਲੀਅਰ? ਜੇ ਆਪਾਂ ਇਹਨਾਂ ਦੇ ਵਿੱਚ ਥੋੜਾ ਜਿਹਾ ਹੋਰ ਡਿਫਰੈਂਸ ਕਰਨਾ ਹੋਵੇ ਤਾਂ ਜਿਹੜੀ ਆਪਣੀ ਪੀਟ ਸੋਇਲ ਹੁੰਦੀ ਹੈ ਇਹ ਥੋੜੀ ਜੀ ਫਾਈਬਰਸ ਹੁੰਦੀ ਹੈ। ਫਾਈਬਰਸ ਤੋਂ ਕੀ ਮਤਲਬ ਹੋ ਗਿਆ, ਜਿਵੇਂ ਆਪਣੇ ਧਾਗੇ ਹੁੰਦੇ ਨੇ ਨਾ, ਕਲੀਅਰ, ਤਾਂ ਉਸ ਤਰੀਕੇ ਦੇ ਥ੍ਰੈਡ ਬਣੇ ਹੁੰਦੇ ਨੇ, ਫਾਈਬਰਸ ਹੁੰਦੀ ਹੈ ਸੋਇਲ ਪੀਟ। ਤੀਸਰੀ ਜਿਹੜੀ ਆਪਾਂ ਸੋਇਲ ਦੀ ਗੱਲ ਕਰਦੇ ਹਾਂ ਲੋਮ, ਸ਼ਾਇਦ ਤੁਸੀਂ ਇਹਦੇ ਬਾਰੇ ਪਹਿਲਾਂ ਨਾਮ ਸੁਣਿਆ ਵੀ ਹੋਵੇ। ਲੋਮ ਇਹ ਮਿਕਸਚਰ ਹੁੰਦਾ ਕਾਹਦਾ ਸੈਂਡ, ਸਿਲਟ ਐਂਡ ਕਲੇ ਦਾ। ਜਦੋਂ ਆਪਾਂ ਸੈਂਡ, ਸਿਲਟ ਤੇ ਕਲੇ ਨੂੰ ਇਕੁਅਲ ਪ੍ਰਪੋਰਸ਼ਨ ਚ ਮਿਕਸ ਕਰਦੇ ਹਾਂ ਤਾਂ ਜਿਹੜੀ ਸੋਇਲ ਤਿਆਰ ਹੁੰਦੀ ਹੈ ਉਹਨੂੰ ਕੀ ਬੋਲਦੇ ਹਾਂ ਆਪਾਂ, ਲੋਮ। ਕਲੀਅਰ? ਪੀਟ ਹੋ ਗਈ ਆਰਗੈਨਿਕ ਸੋਇਲ ਜਿਹੜੀ ਕਿ ਫਾਈਬਰਸ ਹੁੰਦੀ ਹੈ। ਮੱਕ ਹੋ ਗਈ ਡੀਕੰਪੋਜ਼ਡ ਆਰਗੈਨਿਕ ਮੈਟਰ ਨਾਲ ਬਣੀ ਹੋਈ ਸੋਇਲ। ਲੋਮ ਹੋ ਗਿਆ ਮਿਕਸ ਆਫ ਸੈਂਡ, ਸਿਲਟ ਐਂਡ ਕਲੇ। ਮੂਵ ਕਰਦੇ ਹਾਂ ਆਪਣੀ ਨੈਕਸਟ ਸੋਇਲ ਉੱਪਰ। ਨੈਕਸਟ ਆਪਾਂ ਸੋਇਲ ਦੀ ਗੱਲ ਕਰਦੇ ਹਾਂ ਬੈਂਟੋਨਾਈਟ। ਤੁਸੀਂ ਸਾਰਿਆਂ ਨੇ ਵੀ ਇਹਦਾ ਨਾਮ ਸੁਣਿਆ ਹੋਊਗਾ ਛੋਟੇ ਹੁੰਦੇ। ਬੈਂਟੋਨਾਈਟ ਇਹ ਵੋਲਕੈਨਿਕ ਐਸ਼ ਤੋਂ ਫਾਰਮ ਹੁੰਦੀ ਹੈ। ਤੁਹਾਨੂੰ ਪਤਾ ਹੈ ਵੋਲਕੈਨਿਕ ਇਰਪਸ਼ਨ ਜਦੋਂ ਜਵਾਲਾਮੁਖੀ ਫਟਦੇ ਨੇ ਉਦੋਂ ਜਿਹੜੀ ਐਸ਼ ਬਚਦੀ ਹੈ ਉਹ ਤੋਂ ਬੈਂਟੋਨਾਈਟ ਤਿਆਰ ਹੁੰਦੀ ਹੈ। ਇਹ ਸੋਇਲ ਹਾਈਲੀ ਸਵੈਲੇਬਲ ਹੁੰਦੀ ਹੈ, ਹਾਈਲੀ ਸਵੈਲਿੰਗ ਤੇ ਸ਼ਰਿੰਕੇਜ ਸ਼ੋ ਕਰਦੀ ਹੈ ਇਹ, ਜਿਹਦੇ ਕਰਕੇ ਇਹ ਕੰਸਟਰਕਸ਼ਨ ਵਰਕ ਲਈ ਵਧੀਆ ਨਹੀਂ ਹੁੰਦੀ। ਜੇ ਮੰਨ ਲਓ ਆਪਾਂ ਅੱਜ ਕੋਈ ਕੰਸਟਰਕਸ਼ਨ ਕਰਤੀ ਤੇ ਕੱਲ ਨੂੰ ਉੱਥੋਂ ਸੋਇਲ ਸ਼ਰਿੰਕ ਕਰਕੇ ਤਾਂ ਆਪਣੀ ਬਿਲਡਿੰਗ ਕੀ ਹੋ ਜੂਗੀ, ਸੈਟਲ ਕਰ ਜੂਗੀ, ਥੱਲੇ ਧੱਸ ਜੂਗੀ। ਤਾਂ ਹੀ ਫਿਰ ਆਪਾਂ ਜਿਹੜੀ ਬੈਂਟੋਨਾਈਟ ਸੋਇਲ ਹੁੰਦੀ ਹੈ ਇਹਦੇ ਉੱਪਰ ਕੰਸਟਰਕਸ਼ਨ ਨਹੀਂ ਕਰਦੇ, ਇਹਨੂੰ ਪਹਿਲਾਂ ਟ੍ਰੀਟ ਕਰਦੇ ਹਾਂ। ਵੋਲਕੈਨਿਕ ਐਸ਼ ਹੁੰਦੀ ਹੈ, ਹਾਈਲੀ ਸਵੈਲਿੰਗ ਐਂਡ ਸ਼ਰਿੰਕੇਜ ਪ੍ਰੋਪਰਟੀ ਹੁੰਦੀ ਹੈ। ਜਿੱਥੇ ਵੀ ਹਾਈਲੀ ਸਵੈਲਿੰਗ ਐਂਡ ਸ਼ਰਿੰਕੇਜ ਵਰਡ ਆ ਗਿਆ ਉਹ ਡਿਊ ਟੂ ਪ੍ਰੈਜ਼ੈਂਸ ਆਫ ਕਲੇ ਹੋਊਗਾ। ਕਲੇ ਦਾ ਵੀ ਇੱਕ ਸਪੈਸੀਫਿਕ ਮਿਨਰਲ, ਇਹਦੇ ਬਾਰੇ ਆਪਾਂ ਐਕਸਪਲੇਨ ਚ ਗੱਲ ਕਰਾਂਗੇ ਕਲੇ ਮਿਨਰਲਸ ਵਾਲੇ ਚੈਪਟਰ ਚ। ਕਿਹੜਾ ਮਿਨਰਲ ਹੋਊਗਾ, ਮੋਰੇਲੋਨਾਈਟ। ਜਿੱਥੇ ਵੀ ਹਾਈਲੀ ਸਵੈਲਿੰਗ ਐਂਡ ਸ਼ਰਿੰਕੇਜ ਹੋਊਗੀ ਉੱਥੇ ਹਮੇਸ਼ਾ ਮੋਰੇਲੋਨਾਈਟ ਮਿਨਰਲ ਹੀ ਰਿਸਪੌਂਸਿਬਲ ਹੋਊਗਾ। ਹੋਰ ਕੋਈ ਮਿਨਰਲ ਦਾ ਰੀਜ਼ਨ ਨਹੀਂ ਹੋਣਾ ਹਾਈਲੀ ਸਵੈਲਿੰਗ ਤੇ ਸ਼ਰਿੰਕੇਜ ਕਰਨ ਦੇ ਲਈ। ਜਿਹੜੀ ਵੀ ਸੋਇਲ ਹਾਈਲੀ ਸਵੈਲ ਤੇ ਸ਼ਰਿੰਕ ਕਰੂਗੀ ਕਲੇ ਹੋਊਗੀ, ਸ਼ੋਰ ਹੈ, ਤੇ ਮੋਰੇਲੋਨਾਈਟ ਮਿਨਰਲ ਦਾ ਕੀ ਕਰੂਗੀ, ਸ਼ਰਿੰਕ ਕਰੂਗੀ ਤੇ ਸਵੈਲ ਕਰੂਗੀ। ਇਹ ਤਾਂ ਸੀਗੀਆਂ ਆਪਣੀਆਂ ਸਪੈਸ਼ਲ ਟਾਈਪਸ ਆਫ ਸੋਇਲ। ਹੁਣ ਉਸ ਤੋਂ ਅੱਗੇ ਆਪਾਂ ਆਪਣਾ ਅਗਲਾ ਚੈਪਟਰ ਸ਼ੁਰੂ ਕਰਦੇ ਹਾਂ ਜਿਹਦਾ ਨਾਮ ਹੈ ਸੋਇਲ ਪ੍ਰੋਪਰਟੀਜ਼। ਸੋਇਲ ਪ੍ਰੋਪਰਟੀਜ਼ ਦੇ ਵਿੱਚ ਆਪਾਂ ਉਹ ਸਾਰੀਆਂ ਪ੍ਰੋਪਰਟੀਜ਼ ਪੜ੍ਹਾਂਗੇ ਜਿਨ੍ਹਾਂ ਦੀ ਆਪਾਂ ਨੂੰ ਇੰਜੀਨੀਅਰਿੰਗ ਦੇ ਵਿੱਚ ਇੰਜੀਨੀਅਰਿੰਗ ਸਟਰੈਂਥ ਕੈਲਕੂਲੇਟ ਕਰਨ ਦੇ ਵਿੱਚ ਲੋੜ ਪਊਗੀ। ਸੋਇਲ ਦੀਆਂ ਸਾਰੀਆਂ ਪ੍ਰੋਪਰਟੀਜ਼ ਅੱਜ ਆਪਾਂ ਡਿਸਕਸ ਕਰਾਂਗੇ। ਸੋਇਲ ਦੀਆਂ ਪ੍ਰੋਪਰਟੀਜ਼ ਡਿਸਕਸ ਕਰਨ ਤੋਂ ਪਹਿਲਾਂ ਆਪਾਂ ਇਹ ਦੇਖਦੇ ਹਾਂ ਵੀ ਸੋਇਲ ਨੂੰ ਆਪਾਂ ਐਕਸਪਲੇਨ ਕਿਸ ਤਰੀਕੇ ਨਾਲ ਕਰਦੇ ਹਾਂ, ਸੋਇਲ ਨੂੰ ਆਪਾਂ ਡਿਨੋਟ ਕਿਸ ਤਰੀਕੇ ਨਾਲ ਕਰਦੇ ਹਾਂ।
ਸੋਇਲ ਨੂੰ ਡਿਨੋਟ ਕਰਨ ਦੇ ਲਈ ਇੱਕ ਡਾਇਗਰਾਮ ਯੂਜ਼ ਕਰਦੇ ਹਾਂ ਲਾਈਕ ਦਿਸ, ਜਿਹਨੂੰ ਆਪਾਂ ਬੋਲਦੇ ਹਾਂ ਫੇਜ਼ ਡਾਇਗਰਾਮ। ਫੇਜ਼ ਡਾਇਗਰਾਮ ਦੇ ਵਿੱਚ ਆਪਾਂ ਕੀ ਕਰਦੇ ਹਾਂ, ਸੋਇਲ ਦੇ ਵਿੱਚ ਜਿਹੜੀਆਂ ਵੀ ਚੀਜ਼ਾਂ ਹੋ ਸਕਦੀਆਂ ਉਹਨੂੰ ਇਨ ਦ ਫਾਰਮ ਆਫ ਫੇਜ਼ ਇੰਡੀਕੇਟ ਕਰਦੇ ਹਾਂ। ਫੋਰ ਐਗਜ਼ਾਮਪਲ ਮੈਂ ਤੁਹਾਨੂੰ ਕਿਹਾ ਵੀ ਜਾਓ ਬਾਹਰ ਜਾ ਕੇ ਕੋਈ ਸੋਇਲ ਦਾ ਸੈਂਪਲ ਚੱਕ ਲਿਓ, ਤੁਸੀਂ ਬਾਹਰ ਗਏ ਸੋਇਲ ਦਾ ਇੱਕ ਸੈਂਪਲ ਪਿਕ ਕਰਕੇ ਲਿਆਏ, ਰਾਈਟ। ਤਾਂ ਹੁਣ ਉਹ ਸੋਇਲ ਦੇ ਇੱਕ ਸੈਂਪਲ 'ਚ ਤਿੰਨ ਚੀਜ਼ਾਂ ਹੋ ਸਕਦੀਆਂ, ਜਾਂ ਤਾਂ ਸੋਲਿਡ ਪਾਰਟੀਕਲਸ ਹੋ ਸਕਦੇ ਆ ਜਿਹੜੇ ਆਪਣੇ ਸੋਇਲ ਦੇ ਗ੍ਰੇਨਸ ਹੋਣਗੇ, ਜਾਂ ਫਿਰ ਉਹਦੇ ਵਿੱਚ ਵਾਟਰ ਪ੍ਰੈਜ਼ੈਂਟ ਹੋ ਸਕਦਾ ਹੈ, ਜਾਂ ਫਿਰ ਉਹਦੇ ਵਿੱਚ 에ਅਰ ਹੋ ਸਕਦੀ ਹੈ। ਇਹ ਤਿੰਨ ਹੀ ਕਨਸਟੀਟੂਐਂਟਸ ਹੋ ਸਕਦੇ ਆ ਕਿਸੇ ਵੀ ਸੋਇਲ ਦੇ ਵਿੱਚ। ਯਾਨੀ ਕਿ ਜਿਹੜੀ ਵੀ ਤੁਸੀਂ ਸੋਇਲ ਲੈ ਕੇ ਆਓਗੇ, ਬਾਹਰੋਂ ਸੈਂਪਲ ਲੈ ਕੇ ਆਓਗੇ, ਉਹ 'ਚ ਤਿੰਨ ਚੀਜ਼ਾਂ ਹੋ ਸਕਦੀਆਂ, ਜਾਂ ਤਾਂ ਸੋਲਿਡਸ ਹੋ ਸਕਦੇ ਨੇ, ਕਲੀਅਰ, ਜਾਂ ਉਹਦੇ ਵਿੱਚ ਵਾਟਰ ਹੋ ਸਕਦਾ ਹੈ, ਤੇ ਜਾਂ ਉਹਦੇ ਵਿੱਚ 에ਅਰ ਹੋ ਸਕਦੀ ਹੈ। ਇਹ ਤਿੰਨ ਹੀ ਚੀਜ਼ਾਂ ਹੋ ਸਕਦੀਆਂ ਨੇ। ਇਹਨੂੰ ਬੋਲਦੇ ਆ ਆਪਾਂ ਫੇਜ਼ ਡਾਇਗਰਾਮ, ਕਿਉਂਕਿ ਇਹਦੇ ਵਿੱਚ ਤਿੰਨ ਫੇਜ਼ ਹੈ, ਸੋਲਿਡ, ਵਾਟਰ ਤੇ 에ਅਰ, ਤਾਂ ਕਰਕੇ ਇਹਨੂੰ ਬੋਲ ਦਿੰਦੇ ਆ 3 ਫੇਜ਼ ਡਾਇਗਰਾਮ। ਹੁਣ ਇਹਦੇ ਵਿੱਚ ਆਪਾਂ ਹੋਰ ਵੀ ਚੀਜ਼ਾਂ ਨੂੰ ਐਕਸਪਲੇਨ ਕਰਦੇ ਹਾਂ ਇਸੇ ਡਾਇਗਰਾਮ ਦੇ ਵਿੱਚ। ਕਿਸ ਤਰੀਕੇ ਨਾਲ, ਵੋਲਿਊਮ ਆਫ 에ਅਰ ਨੂੰ VA, ਵੋਲਿਊਮ ਆਫ ਵਾਟਰ ਨੂੰ VW ਲਿਖ ਲੈਂਦੇ ਆ, ਵੋਲਿਊਮ ਆਫ ਸੋਲਿਡ ਨੂੰ VS ਲਿਖ ਲੈਂਦੇ ਆ। ਦੂਸਰੀ ਸਾਈਡ ਉੱਪਰ weight ਆਫ ਸੋਲਿਡ ਨੂੰ WS, weight ਆਫ ਵਾਟਰ ਨੂੰ WW, weight ਆਫ 에ਅਰ ਨੂੰ WA। ਕਲੀਅਰ। ਇਹੀ ਸਾਰੀ ਜੇ ਮੈਂ ਇੱਕ ਡਾਇਗਰਾਮ ਤੁਹਾਨੂੰ ਦੇਣਾ, ਸਾਰੀ ਚੀਜ਼ਾਂ ਨੂੰ ਇੰਡੀਕੇਟ ਕਰਦੀ ਹੋਈ ਇੱਕ ਡਾਇਗਰਾਮ ਤੁਹਾਨੂੰ ਪ੍ਰੋਵਾਈਡ ਕਰਦਾ, ਤਾਂ ਤੁਸੀਂ ਉਹ ਡਾਇਗਰਾਮ ਨੂੰ ਦੇਖ ਕੇ ਉਹਦਾ ਵੋਲਿਊਮ ਇਜ਼ੀਲੀ ਪ੍ਰੈਡਿਕਟ ਕਰ ਸਕਦੇ ਹੋ। ਹਰ ਕਨਸਟੀਟੂਐਂਟ ਦਾ weight ਕਿੰਨਾ ਹੋਊਗਾ ਉਹ ਵੀ ਇਜ਼ੀਲੀ ਕੀ ਕਰ ਸਕਦੇ ਹਾਂ, ਆਪਾਂ ਪ੍ਰੈਡਿਕਟ ਕਰ ਸਕਦੇ ਹਾਂ। ਕਲੀਅਰ। ਹੁਣ ਇਸ ਤੋਂ ਬਾਅਦ ਇਸੇ ਡਾਇਗਰਾਮ ਨੂੰ ਆਪਾਂ ਕਨਵਰਟ ਕਰ ਸਕਦੇ ਹਾਂ ਅਲੱਗ-ਅਲੱਗ ਕੇਸਿਸ ਦੇ ਵਿੱਚ। ਕਿਵੇਂ, ਦੇਖੋ, ਜੇਕਰ ਮੈਂ ਇਹਦੇ ਵਿੱਚ ਵਾਟਰ ਹੋਰ ਐਡ ਕਰਨਾ ਸ਼ੁਰੂ ਕਰਦਾ, ਇਹਦੇ ਵਿੱਚ ਵਾਟਰ ਐਡ ਕਰਦਾ ਜਾਵਾਂ, ਤਾਂ ਕੀ ਹੋਊਗਾ, 에ਅਰ ਬਾਹਰ ਨਿਕਲਦੀ ਜਾਊਗੀ, 에ਅਰ ਦੀ ਜਗ੍ਹਾ ਵਾਟਰ ਲੈਂਦਾ ਚਲਾ ਜਾਊਗਾ। ਯਾਨੀ ਕਿ ਕੀ ਹੋਊਗਾ, ਮੇਰੀ ਡਾਇਗਰਾਮ ਇੱਕ ਟਾਈਮ ਆਊਗਾ ਜਿੱਥੇ ਸਾਰੀ 에ਅਰ ਨੂੰ ਵਾਟਰ ਕੀ ਕਰ ਦੂਗਾ, ਰਿਪਲੇਸ ਕਰ ਦੂਗਾ। ਸੋਲਿਡਸ ਉਨੇ ਹੀ ਰਹਿਣਗੇ ਜਿੰਨੇ ਸ਼ੁਰੂ ਦੇ ਵਿੱਚ ਹੈਗੇ ਸੀਗੇ। 에ਅਰ ਸਾਰੀ ਦੀ ਸਾਰੀ ਕਿਹਦੇ ਵਿੱਚ ਕਨਵਰਟ ਹੋ ਗਈ, ਕਿਹਦੀ ਜਗ੍ਹਾ ਲੈ ਲਈ, 에ਅਰ ਨੇ, ਵਾਟਰ ਨੇ ਜਗ੍ਹਾ ਲੈ ਲਈ, ਰਿਪਲੇਸ ਕਰਤਾ। ਤਾਂ ਹੁਣ ਇਹਦੇ ਵਿੱਚ 2 ਫੇਜ਼ ਰਹਿ ਗਏ, ਤਾਂ ਇਹਨੂੰ ਬੋਲ ਦਿੰਦੇ ਆਪਾਂ 2 ਫੇਜ਼ ਡਾਇਗਰਾਮ। 2 ਫੇਜ਼ ਡਾਇਗਰਾਮ। ਇਹਦੇ ਵਿੱਚ ਸੋਲਿਡਸ ਨੂੰ ਐਸ ਸੱਚ ਰਹਿਣਗੇ, ਕਿਉਂਕਿ ਸੋਲਿਡਸ ਦਾ ਵੋਲਿਊਮ ਆਪਾਂ ਕਿਸੇ ਵੀ ਤਰੀਕੇ ਨਾਲ ਚੇਂਜ ਨਹੀਂ ਕੀਤਾ, ਨਾ ਤਾਂ ਸੋਲਿਡਸ ਐਡ ਕੀਤੇ ਤੇ ਨਾ ਹੀ ਸੋਲਿਡਸ ਆਪਾਂ ਰਿਪਲੇਸ ਕੀਤੇ ਨੇ। ਕਲੀਅਰ। ਜਾਂ ਦੂਸਰਾ ਤਰੀਕਾ ਕੀ ਹੋ ਸਕਦਾ ਹੈ, ਜੇਕਰ ਮੈਂ ਵਾਟਰ ਨੂੰ ਰਿਮੂਵ ਕਰਦਾ, ਰਿਮੂਵ ਕਿਵੇਂ ਹੋਊਗਾ, ਜੇ ਮੈਂ ਸੋਇਲ ਸੈਂਪਲ ਨੂੰ ਹੀਟ ਕਰਨਾ ਸ਼ੁਰੂ ਕਰਦਾ, ਤਾਂ ਹੀਟ ਕਰਦੇ ਕੀ ਹੋਊਗਾ, ਆ ਵਾਟਰ ਵਿੱਚੋਂ ਇਵੈਪੋਰੇਟ ਹੋ ਜਾਊਗਾ। ਜਿਵੇਂ ਹੀ ਇਹ ਵਾਟਰ ਇਵੈਪੋਰੇਟ ਹੋਊਗਾ, ਨਾਲ ਦੀ ਨਾਲ ਮੇਰੀ ਵਾਟਰ ਦੀ ਸਾਰੀ ਜਗ੍ਹਾ ਕੌਣ ਲੈ ਲੂਗੀ, 에ਅਰ। ਸੋਲਿਡਸ ਐਸ ਸੱਚ ਉਮੀ ਰਹਿਣਗੇ। ਹੁਣ ਵਾਟਰ ਦੀ ਸਾਰੀ ਜਗ੍ਹਾ ਕਿਹਨੇ ਲੈ ਲਈ, 에ਅਰ ਨੇ। ਤਾਂ ਇਹ ਵੀ ਕੀ ਹੋ ਗਈ ਆਪਣੀ 2 ਫੇਜ਼ ਡਾਇਗਰਾਮਸ। ਇਹ ਦੋਨੇ ਕੀ ਹੁੰਦੀਆਂ ਨੇ, 2 ਫੇਜ਼ ਡਾਇਗਰਾਮ। 3 ਫੇਜ਼ ਡਾਇਗਰਾਮ ਮੋਸਟ ਜਨਰਲਾਈਜ਼ਡ ਕੇਸ ਹੁੰਦਾ ਹੈ। 3 ਫੇਜ਼ ਡਾਇਗਰਾਮ ਨੂੰ ਆਪਾਂ ਜਿਵੇਂ ਜਿਵੇਂ ਹੀਟ ਕਰਾਂਗੇ ਜਾਂ ਉਹਦੇ ਵਿੱਚ ਵਾਟਰ ਐਡ ਕਰਾਂਗੇ ਤਾਂ ਉਹ ਕਿਹਦੇ ਵਿੱਚ ਕਨਵਰਟ ਹੋ ਜਾਂਦੀ ਹੈ, 2 ਫੇਜ਼ ਡਾਇਗਰਾਮਸ ਦੇ ਵਿੱਚ। ਕਲੀਅਰ। ਇਹਨਾਂ ਫੇਜ਼ ਡਾਇਗਰਾਮਸ ਦੇ ਵਿੱਚੋਂ ਹੀ ਆਪਾਂ ਸੋਇਲ ਦੀਆਂ ਅਲੱਗ-ਅਲੱਗ ਪ੍ਰੋਪਰਟੀਜ਼ ਫਾਈਂਡ ਆਊਟ ਕਰ ਸਕਦੇ ਹਾਂ। ਕਿਵੇਂ ਪ੍ਰੋਪਰਟੀਜ਼ ਫਾਈਂਡ ਆਊਟ ਕਰ ਸਕਦੇ ਹਾਂ, ਜੇ ਮੈਂ ਇੱਥੋਂ ਟੋਟਲ weight ਲਿਖਣਾ ਹੋਵੇ, ਟੋਟਲ weight ਕਾਹਦੇ ਬਰਾਬਰ ਹੋਊਗਾ, WA plus WW plus WS। ਕਲੀਅਰ। ਤਾਂ WA plus WW plus WS, WA ਕੀ ਹੋਊਗਾ ਇੱਥੇ 0, ਯਾਨੀ ਕਿ ਟੋਟਲ weight ਕਿਹਦੇ ਬਰਾਬਰ ਰਹੇਗਾ, ਕਿਉਂਕਿ 에ਅਰ ਦਾ weight ਨਿਗਲੀਜੀਬਲ ਮੰਨਦੇ ਆ ਆਪਾਂ, ਤਾਂ ਕਰਕੇ ਆਪਾਂ WA ਨੂੰ 0 ਕਰਤਾ। weight of water plus weight of solid ਕੀ ਆ ਗਿਆ, ਆਪਣੇ ਕੋਲ total weight ਆ ਗਿਆ। ਕਲੀਅਰ। ਸਿਮਿਲਰਲੀ ਜੇ ਮੈਂ ਟੋਟਲ ਵੋਲਿਊਮ ਲਿਖਣਾ ਹੋਵੇ, टोटल वॉल्यूम क्या होगा, VA plus PW plus VS, यानी कि VA plus VW plus VS। वॉल्यूम ऑफ एयर कदे भी 0 नहीं करना। क्लियर। एयर जगह रुकूगी पर ਉਹਦਾ weight नहीं होगा। ਹੁਣ ਆਪਾਂ ਸੋਇਲ ਦੀਆਂ ਅਗਲੀਆਂ ਪ੍ਰੋਪਰਟੀਜ਼ ਤੇ ਮੂਵ ਔਨ ਕਰਦੇ ਹਾਂ। ਸਭ ਤੋਂ ਪਹਿਲੀ ਪ੍ਰੋਪਰਟੀ ਜਿਹੜੀ ਆਪਾਂ ਪੜ੍ਹਨੀ ਹੈ ਉਹ ਹੈ ਵਾਟਰ ਕੰਟੈਂਟ। ਜਿਵੇਂ ਤੁਹਾਨੂੰ ਨਾਮ ਤੋਂ ਹੀ ਕਲੀਅਰ ਹੋ ਗਿਆ ਹੋਊਗਾ, ਆਪਾਂ ਇਹ ਦੇਖਣਾ ਹੈ ਵੀ ਸੋਇਲ ਦੇ ਵਿੱਚ ਵਾਟਰ ਦੀ ਮਾਤਰਾ ਕਿੰਨੀ ਹੈ, ਵਾਟਰ ਦੀ ਅਮਾਉਂਟ ਕਿੰਨੀ ਹੈ। ਹੁਣ ਆਪਾਂ ਵਾਟਰ ਕੰਟੈਂਟ ਦੀ ਗੱਲ ਕਰ ਰਹੇ ਹਾਂ, ਇਹਨੂੰ ਡਿਨੋਟ ਕਰਦੇ ਹਾਂ W ਨਾਲ, ਛੋਟਾ w। ਇਹਨੂੰ ਆਪਾਂ ਪਰਸੈਂਟੇਜ 'ਚ ਵੀ ਲਿਖ ਸਕਦੇ ਹਾਂ, ਰੇਸ਼ੋ 'ਚ ਵੀ ਲਿਖ ਸਕਦੇ ਹਾਂ। ਇਹਦਾ ਫਾਰਮੂਲਾ ਕੀ ਹੁੰਦਾ, weight of water, ਕੋਈ ਵੀ ਸੋਇਲ ਸੈਂਪਲ ਦੇ ਵਿੱਚ ਵਾਟਰ ਦਾ weight ਕਿੰਨਾ ਹੈ,
डिवाइडर बाय वेट ऑफ सॉलिड्स ते उसे सैंपल दे विच सॉलिड्स का वेट कितना आपां किस तरीके नाल लिखिया सी इहनूं WW ओवर WS क्लियर इस तरीके नाल आपां रिप्रेजेंट कीता सीगा जे इहनूं ही आपां परसेंटेज च लिखना होगा तो मल्टीप्लाई बाय 100 करके लिख दांगे क्लियर तो हुण जिहड़ा ही वेट ऑफ वाटर है इहदियां जे मैं लिमिट्स देखणियां होण भी किस किस लिमिट्स दे विच लाई कर सकदा है तो हम वेट ऑफ वाटर अपॉन वेट ऑफ सॉलिड्स की रेशो है वेट ऑफ वाटर वेट ऑफ सॉलिड्स तो घट भी हो सकता है क्लियर वेट ऑफ वाटर की वैल्यू 0 भी हो सकती है तो वेट ऑफ वाटर वेट ऑफ सॉलिड्स तो ज्यादा भी हो सकता है यानी कि वेट ऑफ वाटर कैन बी ग्रेटर देन WS वेट ऑफ वाटर कैन बी लेस देन WS weight of water can be equal to WS and weight of water can be equal to 0 सारियां possibilities हैगियां ने तो जे weight of water WS तो greater हो गया यानी कि W greater than 100% possible हो सकता है ਇਹਦੇ केस W less than 100% possible हो सकता है W is equal to 100% possible हो सकता है ਤੇ W is equal to 0% भी possible हो सकता है बट W can never be negative क्योंकि जो W नेगेटिव होगा ਉਹਦਾ ਕੀ मतलब हो गया भी weight of water नेगेटिव हो गया ਤੇ weight of water कदे भी नेगेटिव नहीं हो सकता क्लियर weight कदे भी नेगेटिव नहीं ਹੁੰਦਾ ਤਾਂ ਯਾਨੀ ਕਿ ਇੱਥੇ ਇੰਪੋਰਟੈਂਟ ਪੁਆਇੰਟ ਆਪਾਂ ਕੀ ਧਿਆਨ ਚ ਰੱਖਣਾ ਹੈ W less than 0 is not possible W less than 0 is not possible clear मूव ऑन करते हैं अपनी नेक्स्ट प्रॉपर्टी के ऊपर वॉइड रेशो जिन्हें भी स्टूडेंट्स ने पहला सॉइल पढ़ी है ये बारे भी सुनिया होगा वॉइड रेशो इन्हों आपां स्मॉल ई नाल डिनोट करते हुंदे हैं वॉइड रेशो की हुंदी है ये भी रेशो हुंदी है वॉल्यूम ऑफ वॉइड सी ओवर वॉल्यूम ऑफ सॉलिड्स नाल वॉल्यूम ऑफ वॉइड सी ते वॉल्यूम ऑफ सॉलिड्स की रेशो ਨੂੰ ਆਪਾਂ वॉइड रेशो बोलते हैं ਜਾਂ ਇਹਨੂੰ ਆਪਾਂ ਇਦਾਂ ਵੀ ਡਿਨੋਟ ਕਰ ਸਕਦੇ ਹਾਂ ਵੋਲਿਊਮ ਆਫ ਵੋਇਡ ਨੂੰ VV ਲਿਖ ਲੈਂਦੇ ਹਾਂ ਵੋਲਿਊਮ ਆਫ ਸੋਲਿਡਸ ਨੂੰ VS ਲਿਖ ਲੈਂਦੇ ਹਾਂ ਹੁਣ ਤੁਹਾਡੇ ਧਿਆਨ ਚ ਆ ਰਿਹਾ ਹੋਊਗਾ ਵੀ ਵੋਇਡਸ ਦੀ ਪਹਿਲਾਂ ਆਪਾਂ ਕਦੇ ਗੱਲ ਨਹੀਂ ਕੀਤੀ ਤਾਂ ਵੋਇਡਸ ਕੀ ਹੁੰਦੀਆਂ ਨੇ ਸੋਲਿਡਸ ਨੂੰ ਛੱਡ ਕੇ ਜਿਹੜਾ ਵੀ ਮਟੀਰੀਅਲ ਸੋਇਲ ਦੇ ਵਿੱਚ ਪ੍ਰੈਜ਼ੈਂਟ ਹੈ ਉਹਨੂੰ ਆਪਾਂ ਹਮੇਸ਼ਾ ਵੋਇਡਸ ਬੋਲਾਂਗੇ ਆਪਣੇ ਇਸ ਕੇਸ ਦੇ ਵਿੱਚ ਸੋਲਿਡਸ ਤੋਂ ਬਿਨਾਂ ਕਿਹੜੇ ਦੋ ਚੀਜ਼ਾਂ ਪਈਆਂ ਨੇ 에ਅਰ ਹੈ ਤੇ ਵਾਟਰ ਹੈ ਤਾਂ 에ਅਰ ਤੇ ਵਾਟਰ ਦੇ ਕੰਬਾਈਨਡ ਵੋਲਿਊਮ ਨੂੰ ਆਪਾਂ ਕੀ ਬੋਲਾਂਗੇ ਵੋਲਿਊਮ ਆਫ ਵੋਇਡਸ ਯਾਨੀ ਕਿ वॉल्यूम ऑफ वॉइड्स का बराबर होगा वॉल्यूम ऑफ एयर प्लस वॉल्यूम ऑफ वाटर क्लियर ਇਹਦੇ ਬਾਰੇ ਆਪਾਂ ਅੱਗੇ ਦੇਖ ਲੈਂਦੇ ਹਾਂ वॉल्यूम ऑफ वॉइड ग्रेटर हो सकता है वॉल्यूम ऑफ सॉलिड्स तो इजीली हो सकता है यानी कि E ग्रेटर देन 1 पॉसिबल हैगा वॉल्यूम ऑफ वॉइड्स घट होवे वॉल्यूम ऑफ सॉलिड्स नालों ये भी पॉसिबल है ਤਾਂ E लेस देन 1 भी पॉसिबल है की वॉल्यूम ऑफ वॉइड इक्वल हो सकता है वॉल्यूम ऑफ सॉलिड्स दे बिल्कुल हो सकता है इज इक्वल टू 1 भी पॉसिबल है क्लियर कि E 0 हो सकती है थ्योरेटिकली जे आप कहिए भी वॉल्यूम ऑफ वॉइड 0 होगा यानी कि ना तो कोई एयर प्रेजेंट होगी ना ही कोई वाटर प्रेजेंट होगा थ्योरेटिकली ये चीज पॉसिबल हो सकती है बट जे मैं प्रैक्टिकली सोचा तो प्रैक्टिकली ये चीज फिजिबल नहीं हैगी तो E इज इक्वल टू 0 थ्योरेटिकली पॉसिबल थ्योरेटिकली यह पॉसिबल हो सकता है बट प्रैक्टिकली नॉट पॉसिबल प्रैक्टिकली ये चीज पॉसिबल नहीं हो सकती ए की कुछ ना कुछ वैल्यू तो होगी ही होगी कुछ ना कुछ वॉइड्स तो प्रेजेंट होणगियां ही चाहे तो वो एयर करके प्रेजेंट हो ते चाहे वो वाटर करके प्रेजेंट हो क्लियर मूव ऑन करते हैं अपनी नेक्स्ट प्रॉपर्टी के ऊपर दैट इज पोरोसिटी थर्ड प्रॉपर्टी अपनी पोरोसिटी पोरोसिटी एन नाल डिनोट करते हैं आपां इहनूं ये की हुंदी है वॉल्यूम ऑफ वॉइड्स डिवाइडेड बाय टोटल वॉल्यूम यानी कि वॉल्यूम ऑफ वॉइड्स डिवाइडेड बाय टोटल वॉल्यूम क्लियर पिछली जी आप ई पढ़ी सी प्रॉपर्टी ई ऊपर वॉल्यूम ऑफ वॉइड सीगा नीचे वॉल्यूम ऑफ सॉलिड्स सीगा
ਇਹਦੇ ਵਿੱਚ ਕੀ ਹੈ, ਉੱਪਰ ਵੋਲਿਊਮ ਆਫ ਵॉइड्स ਹੈ, ਨੀਚੇ ਟੋਟਲ ਵੋਲਿਊਮ ਹੈ, ਇਹਨਾਂ ਦੋਵਾਂ 'ਚ ਫਰਕ ਹੋਊਗਾ। ਕਿਉਂਕਿ ਦੇਖੋ ਜੇ ਇਹਦੇ ਵਿੱਚ ਮੇਰਾ ਜਿੰਨਾ ਵੀ ਵੋਲਿਊਮ ਆਫ ਵॉइड्स ਚੇਂਜ ਕਰੂਗਾ ਉਨਾ ਹੀ ਮੇਰਾ ਟੋਟਲ ਵੋਲਿਊਮ 'ਚ ਵੀ ਚੇਂਜ ਆਊਗਾ, ਕਿਉਂਕਿ ਵੋਲਿਊਮ ਆਫ ਸੋਲਿਡਸ ਤਾਂ ਮੇਰੇ ਕਾਂਸਟੈਂਟ ਹੁੰਦੇ ਆ, ਤਾਂ ਜਿੰਨਾ ਵੋਲਿਊਮ ਆਫ ਵॉइड्स ਚੇਂਜ ਕਰੂਗਾ ਉਨਾ ਹੀ ਵੋਲਿਊਮ ਟੋਟਲ ਵੋਲਿਊਮ ਵੀ ਚੇਂਜ ਕਰੂਗਾ। ਬਟ ਜੇ ਮੈਂ E ਦੀ ਗੱਲ ਕਰਾਂ, E ਦੇ ਕੇਸ 'ਚ ਕੀ ਹੋਊਗਾ, ਵੋਲਿਊਮ ਆਫ ਵॉइड ਡਿਵਾਈਡਡ ਬਾਈ ਵੋਲਿਊਮ ਆਫ ਸੋਲਿਡਸ ਹੈ, ਤਾਂ ਉਹਦੇ ਵਿੱਚ ਕੀ ਹੋਊਗਾ, ਜਿੰਨੇ ਮੇਰੇ ਵੋਲਿਊਮ ਆਫ ਵॉइड्स ਚੇਂਜ ਕਰਨਗੇ ਯਾਨੀ ਕਿ ਉਨੀ ਹੀ ਮੇਰੀ E ਦੀ ਵੈਲਿਊ ਵੀ ਚੇਂਜ ਕਰ ਜੂਗੀ। ਮਤਲਬ ਮੈਂ ਇਹ ਕਹਿ ਸਕਦਾ with the change in value of void ratio is directly proportional to change in value of volume of voids। clear? but ਇਸ ਕੇਸ ਦੇ ਵਿੱਚ ਮੈਂ ਇਹ ਚੀਜ਼ ਨਹੀਂ ਕਹਿ ਸਕਦਾ, ਤਾਂ ਕਰਕੇ ਇਹਨੂੰ ਆਪਾਂ ਘੱਟ ਯੂਜ਼ ਕਰਦੇ ਹਾਂ as compared to void ratio। ਮੋਸਟਲੀ ਆਪਾਂ void ratio ਨੂੰ ਹੀ ਯੂਜ਼ ਕਰਾਂਗੇ ਹਰ ਥਾਂ ਦੇ ਉੱਪਰ। ਜੇ ਮੈਂ ਇਹਦੇ ਵਿੱਚ ਅੱਗੇ ਦੀਆਂ ਲਿਮਿਟਸ ਦੇਖਾਂ ਤਾਂ ਲਿਮਿਟਸ ਕਿਵੇਂ ਦੇਖੀਆਂ ਜਾਣਗੀਆਂ, ਵੋਲਿਊਮ ਆਫ ਵॉइड्स ਵੋਲਿਊਮ ਤੋਂ ਟੋਟਲ ਵੋਲਿਊਮ ਤੋਂ ਘੱਟ ਹੋਊਗਾ ਹਮੇਸ਼ਾ, ਯਾਨੀ ਕਿ n ਦੀ ਵੈਲਿਊ ਲੈਸ ਦੈਨ 1 ਪੋਸੀਬਲ ਹੈ। ਵੋਲਿਊਮ ਆਫ ਵॉइड्स ਕਦੇ ਵੀ ਟੋਟਲ ਵੋਲਿਊਮ ਤੋਂ ਵੱਡਾ ਤਾਂ ਹੋ ਹੀ ਨਹੀਂ ਸਕਦਾ। ਕਲੀਅਰ? ਤਾਂ ਯਾਨੀ ਕਿ n ਗ੍ਰੇਟਰ ਦੈਨ 1 ਨਹੀਂ ਹੋ ਸਕਦਾ। ਜੇ ਮੈਂ ਕਹਿਦਾ ਵੀ ਵੋਲਿਊਮ ਆਫ ਵॉइड्स ਇਜ਼ ਇਕੁਅਲ ਟੂ ਟੋਟਲ ਵੋਲਿਊਮ ਹੋ ਗਿਆ, ਇਹਦਾ ਮਤਲਬ ਕੀ ਹੋਊਗਾ ਵੀ ਸੋਇਲ ਦਾ ਇੱਕ ਵੀ ਪਾਰਟੀਕਲ ਨਹੀਂ ਹੈਗਾ, ਸੋਲਿਡ ਇੱਕ ਵੀ ਹੈ ਨਹੀਂਗਾ, ਸਾਰੀ ਕੀ ਹੈ ਐਮਪਟੀ 에ਅਰ ਹੋਊਗੀ। ਉਸ ਕੇਸ ਦੇ ਵਿੱਚ ਕੀ ਹੋਊਗਾ, n is equal to 1 ਇਹ ਥਿਓਰੈਟਿਕਲੀ ਪੋਸੀਬਲ ਹੈ, ਬਟ ਜੇ ਮੈਂ ਕਹਾਂ ਵੀ ਪ੍ਰੈਕਟੀਕਲੀ ਪੋਸੀਬਲ ਹੋਊਗਾ ਤਾਂ ਉੱਥੇ ਪ੍ਰੈਕਟੀਕਲੀ ਫਿਜ਼ੀਬਲ ਨਹੀਂ ਹੋਊਗਾ, ਕਿਉਂਕਿ ਜੇ ਆਪਣਾ ਇੱਕ ਵੀ ਸੋਇਲ ਦਾ ਪਾਰਟੀਕਲ ਨਹੀਂ ਹੈਗਾ ਤਾਂ ਉਹਨੂੰ ਆਪਾਂ ਸੋਇਲ ਨਹੀਂ ਬੋਲ ਸਕਦੇ, ਉਹਨੂੰ ਆਪਾਂ ਐਮਪਟੀ ਸਪੇਸ ਬੋਲਾਂਗੇ। ਕਲੀਅਰ? ਤਾਂ ਯਾਨੀ ਕਿ ਸਿਰਫ ਦੋ ਹੀ ਕੰਡੀਸ਼ਨਸ ਆਪਣੇ ਕੋਲ ਦੇਖਣ ਨੂੰ ਮਿਲਣਗੀਆਂ, ਜਿਹੜੀ n ਦੀ ਵੈਲਿਊ ਹੈ ਲੈਸ ਦੈਨ 1 ਪੋਸੀਬਲ ਹੋ ਸਕਦੀ ਹੈ, n ਦੀ ਵੈਲਿਊ ਗ੍ਰੇਟਰ ਦੈਨ 1 ਕਦੇ ਵੀ ਪੋਸੀਬਲ ਨਹੀਂ ਹੋ ਸਕਦੀ। ਜੇ ਆਪਾਂ ਇਹਨਾਂ ਦਾ ਇੱਕ ਆਪਸ 'ਚ ਰਿਲੇਸ਼ਨ ਬਣਾਉਣ ਦੀ ਕੋਸ਼ਿਸ਼ ਕਰੀਏ ਤਾਂ ਦੇਖੋ ਰਿਲੇਸ਼ਨ ਨੂੰ ਆਪਾਂ ਇਸ ਤਰੀਕੇ ਨਾਲ ਲਿਖਦੇ ਹਾਂ, E/1 + E ਪੋਰੋਸਿਟੀ ਕਾਹਦੇ ਬਰਾਬਰ ਹੁੰਦੀ ਹੈ, ਵॉइड ਰੇਸ਼ੋ ਓਵਰ 1 + E, ਜਾਂ ਇਹਨੂੰ ਹੀ ਆਪਾਂ ਇਸ ਤਰੀਕੇ ਨਾਲ ਵੀ ਲਿਖ ਸਕਦੇ ਹਾਂ, E = n/1 - n। ਦੋਨੇ ਤਰੀਕਿਆਂ ਦੇ ਨਾਲ ਹੀ ਆਪਾਂ ਇਹਨਾਂ ਰਿਲੇਸ਼ਨਸ ਨੂੰ ਰਿਪਰੈਜ਼ੈਂਟ ਕਰ ਸਕਦੇ ਹਾਂ, ਇਹਨਾਂ ਦੇ ਵਿੱਚ ਕੋਈ ਫਰਕ ਨਹੀਂ ਹੈਗਾ, ਇਹ ਦੋਨੇ ਰਿਲੇਸ਼ਨ ਵਨ ਐਂਡ ਸੇਮ ਥਿੰਗ ਹੈ। ਇਸ ਚਾਹੇ ਆ ਯਾਦ ਰੱਖ ਲਓ ਚਾਹੇ ਆਹ ਯਾਦ ਰੱਖ ਲਓ, ਇਹ ਵੀ ਆਪਾਂ ਨੂੰ ਸਭ ਤੋਂ ਜ਼ਿਆਦਾ ਲੋੜ ਪਊਗੀ E/n1 - n ਵਾਲੀ, ਇਹਨੂੰ ਆਪਾਂ ਯਾਦ ਰੱਖਣ ਦੀ ਕੋਸ਼ਿਸ਼ ਕਰਾਂਗੇ। ਕਲੀਅਰ? ਹੁਣ ਆਪਾਂ ਮੂਵ ਆਨ ਕਰਦੇ ਹਾਂ ਆਪਣੀ ਨੈਕਸਟ ਪ੍ਰੋਪਰਟੀ ਦੇ ਉੱਪਰ, ਡਿਗਰੀ ਆਫ ਸੈਚੂਰੇਸ਼ਨ। ਡਿਗਰੀ ਆਫ ਸੈਚੂਰੇਸ਼ਨ ਇਹਨੂੰ ਆਪਾਂ ਕੈਪੀਟਲ S ਨਾਲ ਡਿਨੋਟ ਕਰਦੇ ਹਾਂ। ਡਿਗਰੀ ਆਫ ਸੈਚੂਰੇਸ਼ਨ ਨੂੰ, ਡਿਗਰੀ ਆਫ ਸੈਚੂਰੇਸ਼ਨ ਕੀ ਹੁੰਦੀ ਹੈ, ਵੋਲਿਊਮ ਆਫ ਵਾਟਰ ਡਿਵਾਈਡਡ ਬਾਈ ਵੋਲਿਊਮ ਆਫ ਵॉइड्स। ਬੇਸਿਕਲੀ ਡਿਗਰੀ ਆਫ ਸੈਚੂਰੇਸ਼ਨ ਕੀ ਇੰਡੀਕੇਟ ਕਰ ਰਹੀ ਹੈ ਵੀ ਟੋਟਲ ਵੋਲਿਊਮ ਆਫ ਵॉइड्स ਦੇ ਵਿੱਚੋਂ ਕਿੰਨਾ ਵੋਲਿਊਮ ਵਾਟਰ ਦੇ ਨਾਲ ਭਰਿਆ ਹੋਇਆ ਹੈ, यानी कि वॉल्यूम ऑफ वाटर ओवर वॉल्यूम ऑफ वॉइड्स। क्लियर? हुन जे मैं ਇਹਦੇ ਵਿੱਚ ਇਹ ਦੇਖਾਂ ਵੀ ਡਿਗਰੀ ਆਫ ਸੈਚੂਰੇਸ਼ਨ ਕਿੰਨੀ % ਹੋ ਸਕਦੀ ਹੈ, ਕਿੰਨੀ ਸਭ ਤੋਂ ਜ਼ਿਆਦਾ ਹੋ ਸਕਦੀ ਹੈ, ਇਹਦੇ ਲਿਮਿਟਸ ਦੇਖੀਏ ਤਾਂ ਇਹਦੀਆਂ ਲਿਮਿਟਸ ਕਿਵੇਂ ਇੰਡੀਕੇਟ ਹੋਣਗੀਆਂ। ਦੇਖੋ ਵੋਲਿਊਮ ਆਫ ਵਾਟਰ ਇਜ਼ ਇਕੁਅਲ ਟੂ ਹੋ ਸਕਦਾ ਵੋਲਿਊਮ ਆਫ ਵॉइड ਦੇ, ਮਤਲਬ ਕਿ ਸਾਰੇ ਦੀਆਂ ਸਾਰੀਆਂ ਵॉइड्स ਕਿਹਦੇ ਨਾਲ ਭਰੀਆਂ ਹੋਈਆਂ, ਵਾਟਰ ਨਾਲ ਭਰੀਆਂ ਹੋਈਆਂ, ਮਤਲਬ ਇਹਦੀ ਵੈਲਿਊ ਇਜ਼ ਇਕੁਅਲ ਟੂ 100% ਪੋਸੀਬਲ ਹੋ ਸਕਦੀ ਹੈ। ਕਲੀਅਰ? ਅਗਲਾ ਕੇਸ ਕੀ ਹੋ ਸਕਦਾ ਹੈ, ਜਿਹੜਾ ਆਪਣਾ ਵੋਲਿਊਮ ਆਫ ਵਾਟਰ ਹੈ ਘੱਟ ਹੋ ਸਕਦਾ ਹੈ ਵੋਲਿਊਮ ਆਫ ਵॉइड्स ਤੋਂ, ਹਮੇਸ਼ਾ ਹੁੰਦਾ ਘੱਟ ਤਾਂ, ਯਾਨੀ ਕਿ ਲੈਸ ਦੈਨ 100% ਪੋਸੀਬਲ ਹੈ। ਜੇ ਮੇਰਾ ਵੋਲਿਊਮ ਆਫ ਵਾਟਰ ਇਜ਼ ਇਕੁਅਲ ਟੂ 0 ਹੋਊਗਾ ਤਾਂ ਯਾਨੀ ਕਿ ਇਹਦੀ ਵੈਲਿਊ 0%, मतलब कि सॉइल की होगी पूरी तरह ना ड्राई होगी, सॉइल ਦੇ ਵਿੱਚੋਂ ਵਾਟਰ ਕੰਪਲੀਟਲੀ ਐਬਸੈਂਟ ਹੋਊਗਾ, ਤਾਂ ਵੋਲਿਊਮ ਆਫ ਵਾਟਰ ਇਜ਼ ਇਕੁਅਲ ਟੂ 0 ਵੀ ਪੋਸੀਬਲ ਹੋ ਸਕਦਾ ਹੈ। ਬਟ ਜੇ ਮੈਂ ਇਹ ਕਹਾਂ ਕਿ ਮੇਰਾ ਵੋਲਿਊਮ ਆਫ ਵਾਟਰ ਗ੍ਰੇਟਰ ਦੈਨ ਟੋਟਲ ਵੋਲਿਊਮ ਆਫ ਵॉइड्स ਹੋ ਜੇ, ਕੀ ਇਹ ਪੋਸੀਬਲ ਹੈ, ਤਾਂ ਇਹ ਚੀਜ਼ ਪੋਸੀਬਲ ਨਹੀਂ ਹੈਗੀ। ਸੋਚੋ ਕਿਵੇਂ, ਜੇ ਕੋਈ ਵੀ ਮੇਰੇ ਕੋਲ ਸॉइल ਸੈਂਪਲ ਸੀਗਾ, ਜੇ ਆਪਾਂ ਉਹਦੀ ਫੇਜ਼ ਡਾਇਗਰਾਮ ਬਣਾਈਏ, ਕਲੀਅਰ, ਇਹਦੇ ਵਿੱਚ ਇੱਥੇ ਸੋਲਿਡ ਸੀਗੇ, ਉੱਪਰ ਇੱਥੇ ਵਾਟਰ ਸੀਗਾ, ਇੱਥੇ 에ਅਰ ਸੀਗੀ,
ਹੁਣ मैं ਇਹਦੇ ਵਿੱਚ ਵਾਟਰ ਐਡ ਅਪ ਕਰਨਾ ਸ਼ੁਰੂ ਕਰਤਾ, ਜਿਵੇਂ ਜਿਵੇਂ ਆਪਾਂ ਇਹ 'ਚ ਵਾਟਰ ਪਾਉਂਦੇ ਚਲੇ ਗਏ। ਪਹਿਲਾਂ ਵਾਟਰ ਨੇ ਆਪਣਾ ਇੰਨਾ ਵੋਲਿਊਮ ਲਿਆ, ਇੰਨਾ, ਫਿਰ ਇੱਕ ਟਾਈਮ ਆਇਆ ਜਦੋਂ ਵਾਟਰ ਨੇ ਸਾਰੀ ਦੀ ਸਾਰੀ 에ਅਰ ਨੂੰ ਰਿਪਲੇਸ ਕਰਕੇ ਕੀ ਹੋਇਆ, ਉਹਦੀ ਸਾਰੀ ਜਗ੍ਹਾ ਲੈ ਲਈ, 에ਅਰ ਨੂੰ ਪੂਰੀ ਤਰ੍ਹਾਂ ਨਾਲ ਰਿਪਲੇਸ ਕਰਤਾ ਵਾਟਰ ਨੇ। ਹੁਣ ਇਹ ਕਿਹੜਾ ਕੇਸ ਹੋ ਗਿਆ, ਜਦੋਂ ਵੋਲਿਊਮ ਆਫ ਵਾਟਰ ਇਜ਼ ਇਕੁਅਲ ਟੂ ਹੋ ਗਿਆ ਵੋਲਿਊਮ ਆਫ ਵਾਟਰਸ ਤੇ ਇਹ ਕੀ ਹੋ ਗਈ ਆਪਣੀ 100% ਸੈਚੂਰੇਸ਼ਨ ਸਟੇਜ ਹੋ ਗਈ, S ਇਜ਼ ਇਕੁਅਲ ਟੂ 1 ਵਾਲਾ ਕੇਸ ਹੋ ਗਿਆ। ਕਲੀਅਰ। ਹੁਣ ਜੇਕਰ ਮੈਂ ਹਲੇ ਹੋਰ ਵਾਟਰ ਇਹਦੇ ਵਿੱਚ ਵੀ ਐਡ ਕਰੂੰਗਾ, ਜੇ ਆਪਾਂ ਇਹਦੇ ਵਿੱਚ ਹੋਰ ਵਾਟਰ ਐਡ ਕਰਾਂਗੇ ਤਾਂ ਉਹ ਕਿਹੜਾ ਕੇਸ ਬਣੂਗਾ, ਤਾਂ ਉਹ ਕੇਸ ਕੁਝ ਇਸ ਤਰੀਕੇ ਨਾਲ ਇੰਡੀਕੇਟ ਹੋਊਗਾ। ਨੀਚੇ ਸੀਗੇ ਸੋਲਿਡਸ, ਵਾਟਰ ਪਹਿਲਾਂ ਇੰਨਾ ਸੀਗਾ ਆਪਣਾ ਵਾਟਰ ਦਾ ਵੋਲਿਊਮ, ਹੁਣ ਮੈਂ ਇਹਦੇ ਵਿੱਚ ਇੰਨਾ ਵਾਟਰ ਹੋਰ ਐਡ ਕਰਤਾ। ਕਲੀਅਰ। ਤਾਂ ਹੁਣ ਨਾਲ ਦੀ ਨਾਲ ਕੀ ਹੋ ਗਿਆ, ਜਿਹੜਾ ਮੇਰਾ ਵੋਲਿਊਮ ਆਫ ਵੋਇਡਸ ਹੈ ਉਹ ਪਹਿਲਾਂ ਇੰਨਾ ਸੀਗਾ, ਹੁਣ ਮੇਰਾ ਵੋਲਿਊਮ ਆਫ ਵੋਇਡਸ ਵੀ ਵੱਧ ਕੇ ਕੀ ਹੋ ਗਿਆ, ਇੰਨਾ ਹੋ ਗਿਆ। ਸਿਮਿਲਰਲੀ ਮੇਰਾ ਵੋਲਿਊਮ ਆਫ ਵਾਟਰ ਵੀ ਹੁਣ ਵੱਧ ਕੇ ਇੰਨਾ ਹੋ ਗਿਆ, ਪਹਿਲਾਂ ਕਿੰਨਾ ਸੀਗਾ ਵੋਲਿਊਮ ਆਫ ਵਾਟਰ, ਇੰਨਾ ਸੀਗਾ। ਕਲੀਅਰ। ਤਾਂ ਯਾਨੀ ਕਿ ਕੀ ਹੋਊਗਾ, ਅਲਟੀਮੇਟਲੀ ਦੋਨਾਂ ਦੀ ਰੇਸ਼ੋ ਕੀ ਰਹੂਗੀ, ਸੇਮ। ਇਸ ਦੇ ਵਿੱਚ ਵੀ ਵੋਲਿਊਮ ਆਫ ਵਾਟਰ ਤੇ ਵੋਲਿਊਮ ਆਫ ਵੋਇਡ ਸੇਮ ਹੈ, ਇਸ ਕੇਸ ਵੀ ਵੋਲਿਊਮ ਆਫ ਵਾਟਰ ਤੇ ਵੋਲਿਊਮ ਆਫ ਵੋਇਡ ਸੇਮ ਹੈ, ਤਾਂ ਅਲਟੀਮੇਟਲੀ ਰੇਸ਼ੋ ਕੀ ਰਹੂਗੀ, 1 ਰਹੂਗੀ, ਵੈਲਿਊ ਕੀ ਰਹੂਗੀ 100% ਹੀ ਰਹੂਗੀ। यानी कि जे मैं कहता भी S greater than 100% is not possible, S can never be greater than 100%। clear। S की ਹੁੰਦੀ ਸੀ ਡਿਗਰੀ ਆਫ ਸੈਚੂਰੇਸ਼ਨ, ਰੇਸ਼ੋ ਹੁੰਦੀ ਹੈ ਵੋਲਿਊਮ ਆਫ ਵਾਟਰ ਦੀ ਵੋਲਿਊਮ ਆਫ ਵੋਇਡਸ ਦੇ ਨਾਲ। ਆਪਣੀ ਲਿਮਿਟਸ ਦੇ ਕੇਸ ਹੈ, ਸਾਰਿਆਂ ਦੀਆਂ ਲਿਮਿਟਸ ਦੇ ਕੇਸ ਧਿਆਨ ਚ ਰੱਖੋਗੇ, ਉਹਦੇ ਵਿੱਚੋਂ ਪੇਪਰ 'ਚ ਬਹੁਤ ਕੁਐਸਚਨ ਪੁੱਛੇ ਜਾਂਦੇ ਆ। ਕਲੀਅਰ। Moving on to our next property, air content। ਇਹਨੂੰ ਆਪਾਂ AC ਨਾਲ ਡਿਨੋਟ ਕਰਦੇ ਹਾਂ, air content ਨੂੰ। air content ਕੀ ਹੁੰਦਾ, volume of air divided by volume of voids। ਸਿੱਧਾ ਸਿੱਧਾ ਕਹਿ ਸਕਦੇ ਹਾਂ ਕੀ ਇੰਡੀਕੇਟ ਕਰ ਰਹੀ ਹੈ ਇਹ, ਵੋਇਡਸ ਦੇ ਟੋਟਲ ਵੋਲਿਊਮ ਦਾ ਕਿੰਨਾ ਪਾਰਟ 에ਅਰ ਨੇ ਭਰਿਆ ਹੋਇਆ ਹੈ, ਵੋਇਡਸ ਦੇ ਟੋਟਲ ਵੋਲਿਊਮ ਦੇ ਵਿੱਚ ਕਿੰਨੇ ਪਾਰਟ ਵਿੱਚ 에ਅਰ ਫਿਲ ਹੈ, ਕਿੰਨਾ ਪਾਰਟ 에ਅਰ ਨੇ ਭਰਿਆ ਹੋਇਆ ਹੈ। ਤਾਂ ਯਾਨੀ ਕਿ ਇਹਦੀ ਵੀ ਜੇ ਆਪਾਂ ਲਿਮਿਟਸ ਦੇਖਣੀਆਂ ਹੋਣ, ਸਿਮਿਲਰਲੀ ਹੋਊਗਾ ਪਿਛਲੇ ਕੇਸ ਵਾਂਗੂ ਹੀ। ਉਹਦੇ ਵਿੱਚ ਕੀ ਸੀਗਾ, ਵਾਟਰ ਨੇ ਕਿੰਨਾ ਵੋਲਿਊਮ ਘੇਰਿਆ ਹੋਇਆ, ਇਹਦੇ ਵਿੱਚ ਕੀ ਹੈਗਾ, ਵੋਇਡਸ ਨੇ ਕਿੰਨਾ ਵੋਲਿਊਮ ਘੇਰਿਆ ਹੋਇਆ। ਯਾਨੀ ਕਿ वॉल्यूम ऑफ एयर इज इक्वल टू हो सकता है वॉल्यूम ऑफ वॉइड से, पॉसिबल है। वॉल्यूम ऑफ एयर लेस देन हो गए वॉल्यूम ऑफ वॉइड्स नालों, पॉसिबल है। वॉल्यूम ऑफ एयर ग्रेटर देन हो जाए वॉल्यूम ऑफ वॉइड्स नालों, पॉसिबल नहीं हैगा। यानी कि AC इज इक्वल टू 1 हो जाए, पॉसिबल है। AC लेस देन 1 हो जाए, पॉसिबल है। AC ग्रेटर देन 1 हो जाए, पॉसिबल नहीं है। क्लीयर सारा ने इथों तक। हुण जे आपां ध्यान नाल देखीए तां आपां की पढ़िया सी पिछले दे विच भी वॉल्यूम ऑफ वॉइड्स कादे बराबर है, वॉल्यूम ऑफ एयर दे, जिन्ना अपना वॉल्यूम एयर दा प्लस जिन्ना वॉल्यूम किहदा वाटर दा। क्लीयर। हुण जे मैं इन्हां दोनां नूं वॉल्यूम ऑफ वॉइड्स नाल डिवाइड करदा, दोने साइडां दे उपर वॉल्यूम ऑफ एयर ओवर वॉल्यूम ऑफ वॉइड्स प्लस वॉल्यूम ऑफ वाटर ओवर वॉल्यूम ऑफ वॉइड्स, तो आ 1 कट गए दोने। वॉल्यूम ऑफ एयर कौन, वॉल्यूम ऑफ वॉइड्स की बन गया AC। सिमिलरली वॉल्यूम ऑफ वाटर कौन, वॉल्यूम ऑफ वॉइड्स की बन गया S। यानी कि AC प्लस S इज इक्वल टू की हो गया 1। क्लियर। कोई डाउट किसी में तो तक? जे कोई भी डाउट हो तो नीचे कमेंट्स ਦੇ ਵਿੱਚ ਮੈਂਸ਼ਨ ਕਰ ਸਕਦੇ ਹੋ, ਉੱਥੇ ਤੁਹਾਡਾ ਡਾਊਟ ਕਲੀਅਰ ਵੀ ਕਰ ਦਿੱਤਾ ਜਾਊਗਾ। ਤਾਂ 1 ਇਜ਼ ਇਕੁਅਲ ਟੂ AC ਪਲਸ S, ਯਾਨੀ ਕਿ ਡਿਗਰੀ ਆਫ ਸੈਚੂਰੇਸ਼ਨ ਤੇ 에ਅਰ ਕੰਟੈਂਟ ਦਾ ਟੋਟਲ ਆਪਣਾ ਕਾਦੇ ਬਰਾਬਰ ਹੁੰਦਾ ਹੈਗਾ, 1 ਦੇ ਬਰਾਬਰ ਹੋਊਗਾ ਹਮੇਸ਼ਾ। मूव करते हैं अपनी नेक्स्ट प्रॉपर्टी के ऊपर, यूनिट वेट। यूनिट वेट तो सारे ने बारे सुनिया होगा, पहला इंजीनियरिंग आप बहुत थावां ते वर्ड यूज करते हैं यूनिट वेट। इनू आप डिनोट करांगे गामा दे नाल। यूनिट वेट कादे बराबर हुंदा है, वेट ओवर वॉल्यूम
यानी कि एक सॉइल सैंपल का टोटल वेट अपॉन टोटल वॉल्यूम की रेशो ਨੂੰ ਆਪਾਂ ਕੀ ਬੋਲਦੇ ਹਾਂ यूनिट वेट। इन केस ऑफ सॉइल ਆਪਾਂ ਨੂੰ ਇੱਕ ਪ੍ਰੋਬਲਮ ਆਊਗੀ। ਕੀ ਪ੍ਰੋਬਲਮ ਆਊਗੀ? ਸॉइल ਦਾ ਸੈਂਪਲ ਜੇ ਡਰਾਈ ਹੋਊਗਾ ਉਹਦਾ यूनिट वेट ਘੱਟ ਹੋਊਗਾ, ਜੇ ਸੈਂਪਲ ਸੈਚੂਰੇਟਡ ਹੋਊਗਾ यूनिट वेट ਜ਼ਿਆਦਾ ਹੋਊਗਾ, ਜੇ ਨਾ ਤਾਂ ਪੂਰੀ ਤਰ੍ਹਾਂ ਡਰਾਈ ਹੈ ਨਾ ਹੀ ਪੂਰੀ ਤਰ੍ਹਾਂ ਸੈਚੂਰੇਟਡ ਹੈ ਤਾਂ ਉਸ ਕੇਸ ਦੇ ਵਿੱਚ ਆਪਣਾ यूनिट वेट ਕੀ ਹੋਊਗਾ ਅਲੱਗ ਹੋਊਗਾ। ਤਾਂ ਯਾਨੀ ਕਿ ਹੁਣ ਆਪਾਂ यूनिट वेट ਦੀਆਂ ਅਲੱਗ-ਅਲੱਗ ਟਾਈਪਸ ਬਣ ਜਾਣਗੀਆਂ ਆਪਣੇ ਕੋਲ। ਸਭ ਤੋਂ ਕਾਮਨ ਟਾਈਪ ਹੁੰਦੀ ਹੈ ਬਲਕ यूनिट वेट। ਬਲਕ यूनिट वेट ਇਹਨੂੰ ਆਪਾਂ ਗਾਮਾ B ਨਾਲ ਡਿਨੋਟ ਕਰਾਂਗੇ, ਗਾਮਾ ਬਲਕ। ਇਹਦਾ ਕੀ ਫਾਰਮੂਲਾ ਹੋਊਗਾ? ਟੋਟਲ weight over total volume। ਸਿੰਪਲੀ ਸੋਇਲ ਪਾਰਸ਼ਲੀ ਸੈਚੂਰੇਟਡ ਕੰਡੀਸ਼ਨ ਚ ਹੋਊਗੀ, ਨਾ ਤਾਂ ਪੂਰੀ ਤਰ੍ਹਾਂ ਡਰਾਈ ਹੋਊਗੀ ਤੇ ਨਾ ਹੀ ਪੂਰੀ ਤਰ੍ਹਾਂ ਸੈਚੂਰੇਟਡ ਹੋਊਗੀ। ਟੋਟਲ weight upon total volume यानी कि टोटल वेट केड़ा होगा हुण वेट ऑफ वाटर प्लस वेट ऑफ सॉलिड्स दो ही हुंदे ने। टोटल वॉल्यूम कितना होगा? वॉल्यूम ऑफ वाटर प्लस वॉल्यूम ऑफ सॉलिड्स प्लस वॉल्यूम ऑफ एयर का वॉल्यूम हमेशा लेना है। तो बल्क यूनिट वेट कादे बराबर होगा? टोटल वेट जिन्ना भी होगा तो टोटल वॉल्यूम जिन्ना भी होगा। क्लियर? नैक्सट आप मूव करते हैं अगले यूनिट वेट के ऊपर। ड्राई यूनिट वेट। ड्राई यूनिट वेट ਨੂੰ ਆਪਾਂ ਗਾਮਾ D ਨਾਲ ਡਿਨੋਟ ਕਰਦੇ ਹਾਂ। ड्राई D मतलब ड्राई गामा D। ਤਾਂ ਗਾਮਾ D ਦੇ ਵਿੱਚ ਕੀ ਹੋਊਗਾ? ਹੁਣ ਜਿਵੇਂ ਨਾਮ ਤੋਂ ਹੀ ਕਲੀਅਰ ਹੈ ਵੀ ਸੋਇਲ ਇਨ ਡਰਾਈ ਕੰਡੀਸ਼ਨ ਹੋਊਗੀ। ਜੇ ਸੋਇਲ ਡਰਾਈ ਕੰਡੀਸ਼ਨ ਹੋਊਗੀ ਮਤਲਬ ਉਹਦੇ ਵਿੱਚ ਵਾਟਰ ਪੂਰੀ ਤਰ੍ਹਾਂ ਨਾਲ ਐਬਸੈਂਟ ਹੋਊਗਾ ਤਾਂ ਉਹਦੇ ਵਿੱਚ weight ਕਿਹੜਾ ਰਹਿ ਜਾਊਗਾ? weight of solid रह जाऊगा कल्ला। वॉल्यूम केड़ा रह जाऊगा? वॉल्यूम ऑफ एयर प्लस वॉल्यूम ऑफ सॉलिड्स। वॉल्यूम ऑफ वाटर इवेपोरेट हो जाऊगा यानी कि वॉल्यूम ऑफ वाटर की हो जाऊगा 0। क्लियर? नेक्स्ट यूनिट वेट जेड़ा अपना पढ़ना है सैचूरेटेड यूनिट वेट। सैचूरेटेड यूनिट वेट दे विच ਹੁਣ ਸੋਇਲ ਆਪਣੀ ਕੰਪਲੀਟਲੀ ਸੈਚੂਰੇਟਡ ਕੰਡੀਸ਼ਨ ਚ ਹੋਊਗੀ। ਜੇ ਸੋਇਲ ਆਪਣੀ ਸੈਚੂਰੇਟਡ ਕੰਡੀਸ਼ਨ ਦੇ ਵਿੱਚ ਹੋਊਗੀ ਮਤਲਬ ਕਿ weight ਕਿਹਦੇ ਕਰਕੇ ਹੋਊਗਾ? weight of water plus weight of solids। ਵੋਲਿਊਮ ਕਿਹਦੇ ਕਰਕੇ ਹੋਊਗਾ? ਹੁਣ ਜੇ ਕੰਪਲੀਟਲੀ ਸੈਚੂਰੇਟ ਹੋ ਗਈ ਯਾਨੀ ਕਿ 에ਅਰ ਨੂੰ ਪੂਰੀ ਤਰ੍ਹਾਂ ਨਾਲ ਵਾਟਰ ਨੇ ਰਿਪਲੇਸ ਕਰਤਾ। ਕਲੀਅਰ? ਮਤਲਬ ਕਿ ਵੋਲਿਊਮ ਆਫ ਸੋਲਿਡਸ ਪਲਸ ਵੋਲਿਊਮ ਆਫ ਵਾਟਰ। ਕਲੀਅਰ? इस तो बिना सॉइल की होर किहड़ी कंडीशन हो सकती है? सॉइल सबमर्ज्ड हो सकती है। कई स्टूडेंट्स नूं डाउट हुंदा भी सबमर्ज्ड ते सैचूरेटेड च की फर्क है। तुहाडा मैं डाउट भी क्लीयर कर दिंदा। सबमर्ज्ड यूनिट वेट की हुंदा है? जदों अपनी सॉइल दे नालों वाटर दा लैवल ज़्यादा है, मतलब कि सॉइल पानी दे विच पूरी तरह नाल डुबी हुई है, वो की होगा सबमर्ज्ड यूनिट वेट। सैचूरेटेड किहड़ी कंडीशन होगी? जो सॉइल दे विच वालियां वॉइड्स वाटर नाल कंप्लीटली फिल्ड है तो उन्होंने की बोलांगे आपां सैचूरेटेड यूनिट वेट बोलांगे। क्लीयर? होर दे विच एक डिफरेंस की है जो सबमर्ज्ड यूनिट वेट की गल करांगे, सबमर्ज्ड कंडीशन की गल करांगे उदों सॉइल नूं वाटर उपर नूं चक्कण की कोशिश करूगा, वाटर अपलिफ्ट प्रैशर लगाऊगा सॉइल के उपर। जो आपां सबमर्ज्ड कंडीशन की गल करांगे, सैचूरेटेड दे विच इदां दा कोई केस नहीं होगा। क्लीयर? ਹੁਣ सबमर्ज्ड यूनिट वेट ਜਦੋਂ ਆਪਾਂ ਗੱਲ ਕਰਦੇ ਹਾਂ ਇਹਦੇ ਵਿੱਚ ਫੋਰਸ ਆਫ ਬਾਇਓਐਂਸੀ ਐਕਟ ਕਰਦੀ ਹੁੰਦੀ ਹੈ ਜਿਹਦੇ ਬਾਰੇ ਆਪਾਂ ਐਫਐਮ ਚ ਪੜ੍ਹਦੇ ਹਾਂ ਡਿਟੇਲ ਚ। ਸੋਇਲ ਦੇ ਵਿੱਚ ਤੁਸੀਂ ਸਿਰਫ ਇੰਨਾ ਧਿਆਨ ਚ ਰੱਖੋ ਵੀ सबमर्ज्ड यूनिट वेट ਕਾਦੇ ਬਰਾਬਰ ਹੁੰਦਾ ਹੈ? ਗਾਮਾ ਸੈਚੂਰੇਟਡ, ਇਹਨੂੰ ਆਪਾਂ ਗਾਮਾ ਐਸ ਨਾਲ ਡਿਨੋਟ ਕਰ ਦਿੰਦੇ ਹੁੰਦੇ ਹਾਂ। ਗਾਮਾ ਸੈਚੂਰੇਟਡ ਮਾਈਨਸ ਗਾਮਾ ਵਾਟਰ। सबमर्ज्ड यूनिट वेट ਕਾਦੇ ਬਰਾਬਰ ਹੁੰਦਾ ਹੈ? ਗਾਮਾ ਸੈਚੂਰੇਟਡ ਮਾਈਨਸ ਗਾਮਾ वाटर। क्लीयर तक सारे? नैक्सट जी प्रॉपर्टी, नैक्सट जी टर्म आप पढ़नी है वो है स्पैसिफिक ग्रैविटी। स्पैसिफिक ग्रैविटी ये बारे आप एफ भी बहुत डिटेल पढ़ते होंगे। स्पैसिफिक ग्रैविटी आप डिनोट करते होंगे जी नाल। इन सॉइल आप कैपिटल जी नाल डिनोट करांगे। हुण स्पैसिफिक ग्रैविटी हुंदी की है? बेसिकली ये हुंदा यूनिट वेट ऑफ मटीरियल। कोई भी मटीरियल का यूनिट वेट डिवाइडेड बाय यूनिट वेट ऑफ वाटर।
वैसे इत्थे यूनिट वेट ऑफ स्टैंडर्ड फ्लूइड हुंदा, ਆਪਾਂ स्टैंडर्ड फ्लूइड वाटर ਨੂੰ ही यूज़ करते हैं, तां करके इत्थे गामा मटीरियल अपॉन गामा वाटर ਆਪਾਂ डायरैक्ट लिखते हैं। क्लीयर? तो हम जो आप जी की गल कर रहे हैं इन केस ऑफ सॉयल, जी आप दो तरीके यूज़ करते हैं। एक तो आप मास स्पैसिफिक ग्रैविटी यूज़ करते हैं। मास स्पैसिफिक ग्रैविटी किवें निकलूगी, ਜਿਹੜੇ भी आप पिछे यूनिट वेट कट के आए हैं, ਜਿਹੜੇ भी यूनिट वेट्स आप कैलकुलेट किए हैं, उन्ना ही यूनिट वेट्स के विचों एक यूनिट वेट को आप पिक करके गामा मटीरियल की थां ते पुट करांगे। किवें? देखो गामा मटीरियल अपॉन गामा वाटर है, तो इत्थे मैं जां तां गामा बल्क भरदा, जां गामा सैचुरेटेड भरदा, जां गामा ड्राई भरदा, डिवाइडेड बाय गामा वाटर। मास स्पेसिफिक ग्रेविटी का बराबर होंगे गामा बल्क और गामा सैचुरेटेड और गामा ड्राई डिवाइडेड बाय गामा वाटर। क्लीयर? हुण इस तो बाद जे आपां सैकेंड जिहड़ी स्पेसिफिक ग्रेविटी की टाइप पढ़ते हैं, जिन्होंने आपां मोस्टली यूज़ करांगे, स्पेसिफिक ग्रेविटी ऑफ सॉलिड्स, ग्रेविटी ऑफ सॉलिड्स। जी मास स्पेसिफिक ग्रेविटी पढ़ी आपां, इनू जी एम नाल डिनोट कर दिंदे हुंदे, जी एम नाल। स्पेसिफिक ग्रेविटी ऑफ सॉलिड्स नू जी एस नाल, जां जे कल्ला जी भी लिखिया होगा उसका मतलब भी की होगा, स्पेसिफिक ग्रेविटी ऑफ सॉलिड्स ही होगा। हुण जे आपां जी एस की गल करिए तां इह काहदे बराबर हुंदी है, यूनिट वेट ऑफ सॉलिड्स, कल्ले सॉलिड्स का यूनिट वेट डिवाइडेड बाय यूनिट वेट ऑफ वाटर। जी एस या स्पेसिफिक ग्रेविटी ऑफ सॉलिड्स का बराबर होगी यूनिट वेट ऑफ सॉलिड्स डिवाइडेड बाय यूनिट वेट ऑफ वाटर। तो हम इसे यूनिट वेट ऑफ सॉलिड्स का बराबर होगा, इनू जे आपां गामा एस अपॉन गामा वाटर लिख लेने। क्लीयर? तो इत्थे गामा एस का बराबर होगा यूनिट वेट, यूनिट वेट का बराबर होता वेट अपॉन वॉल्यूम, तो गामा सॉलिड्स का बराबर होगा वेट ऑफ सॉलिड डिवाइडेड बाय वॉल्यूम ऑफ सॉलिड। इन्हें याद रखना है, यानी कि वी डब्ल्यू सॉरी वी एस ओवर वेट मतलब डब्ल्यू, डब्ल्यू एस ओवर वी एस। इन्हों आप डिनोट करांगे किहदे नाल, गामा एस। क्लीयर होया? जो भी आप स्पेसिफिक ग्रेविटी ऑफ सॉलिड्स की गल करांगे, उत्थे जी एस नाल डिनोट करांगे जां कल्ले जी नाल डिनोट करांगे, उत्थे यूनिट वेट ऑफ सॉलिड्स यूज़ करना। यूनिट वेट ऑफ सॉलिड्स तो की मतलब हो गया, वेट ऑफ सॉलिड डिवाइडेड बाय वॉल्यूम ऑफ सॉलिड को आप यूज़ करांगे। क्लीयर? ये सी अपन सॉयल प्रॉपर्टीज़, सॉयल दी बेसिक प्रॉपर्टीज़ के बारे आप गल की। अगली बारी आप इन्हां प्रॉपर्टीज़ के नाल जिहड़े फॉर्मूले बिल्ड होंदे ने, फॉर्मूलिਆਂ की गल करांगे, जिन्हें जिहड़ियां प्रॉपर्टीज़ आप पढ़ियां इन्होंने किहड़े टैसट नाल आप कैलकुलेट करते हो, टैसटां बारे अगले लैक्चर के डिस्कस होगा। क्लीयर? जिन्होंने भी कोई डाउट है नीचे कॉमेंट्स के पोस्ट कर सकते हो। डिस्क्रिप्शन के अपना WhatsApp ग्रुप का लिंक तो टैलीग्राम चैनल का लिंक भी गिवन है, तुम उन्होंने ज्वाइन कर सकते हो फॉर डिफरेंट टेस्ट एंड स्टडी मटीरियल। जिन्होंने चैनल को सबसक्राइब नहीं किया, सबसक्राइब कर लियो। थैंक यू वेरी मच।